I came to know the Lord when I was 24 years of age. ਤੇ ਜਦੋਂ ਮੈਂ 24 ਸਾਲ ਦਾ ਸੀਗਾ ਉਦੋਂ ਮੈਂ ਪਰਮੇਸ਼ਰ ਦੇ ਵਿੱਚ ਆਇਆ And that was in an apartment in Paphos. ਤੇ ਪਾਫੋਸ ਦੇ ਵਿੱਚ ਇੱਕ ਅਪਾਰਟਮੈਂਟ ਸੀਗਾ ਜਿੱਥੇ ਮੈਂ ਜਾ ਰਿਹਾ ਹਾਂ I said to the Lord, Lord, either you visit me and I really touch you, I really experience you, or I don't, I will not have anything to do with your things. I will. ਤੇ ਮੈਂ ਉਸ ਅਪਾਰਟਮੈਂਟ ਦੇ ਵਿੱਚ ਨਾ ਉਹ ਪ੍ਰਾਰਥਨਾ ਕੀਤੀ ਇੱਕ ਛੋਟੀ ਜਿਹੀ ਦੁਆ ਕੀਤੀ ਔਰ ऐसा किया कि खुदा या तो फिर जे तू है तो अपने आप को जाहिर कर दे और ऐसा करके मैं तेरे छू के जाना मैं छू भी लवां तेनों या फिर मैं तेरे कम्मां नूं नहीं कर सकांगा I desperately felt I needed an experience with Jesus. ਤੇ ਯਿਸੂ ਦੇ ਨਾਲ ਮੈਨੂੰ ਇੱਕ ਐਕਸਪੀਰੀਅੰਸ ਦਾ ਹੈ ਨਾ ਇੱਕ ਆਮਨਾ ਸਾਹਮਣਾ ਹੋਣ ਦੀ ਲੋੜ ਸੀਗੀ ਉਸ ਸਮੇਂ And really, the same day, the Lord baptized me into the Holy Spirit. ਤੇ ਉਸ ਦਿਨ ਸੱਚਮੁੱਚ ਪਤਾ ਕੀ ਹੋਇਆ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਹੋਇਆ ਪਰਮੇਸ਼ਰ ਨੇ ਮੈਨੂੰ ਆਪਣੇ ਰੂਹ ਦੇ ਨਾਲ ਬਪਤਿਸਮਾ ਦਿੱਤਾ ਉਸ ਸਮੇਂ And I felt what the Bible says, the streams of living water flowing out of my belly. ਤੇ ਮੈਂ ਉਹ ਵਾਲਾ ਵਚਨ ਜੋ ਬਾਈਬਲ 'ਚ ਲਿਖਿਆ ਨਾ ਕਿ ਜੀਵਨ ਜਾਂਦੀਆਂ ਨਦੀਆਂ ਤੇਰੇ ਅੰਦਰੋਂ ਵਗ ਕੇ ਬਾਹਰ ਆਣਗੀਆਂ ਉਹ ਮੈਂ ਐਕਸਪੀਰੀਅੰਸ ਕੀਤਾ ਮਹਿਸੂਸ ਕੀਤਾ ਕਿ ਮੇਰੇ ਅੰਦਰੋਂ ਜੀਵਨ ਜਾਂਦੀਆਂ ਨਦੀਆਂ ਨਿਕਲ ਰਹੀਆਂ Amen. I knew from that time on that God is a spirit and we need to worship Him in spirit. ਤੇ ਉਸ ਸਮੇਂ ਤੋਂ ਮੈਂ ਜਾਣਿਆ ਕਿ ਪਰਮੇਸ਼ਰ ਕਿਆ ਇੱਕ ਆਤਮਾ ਹੈ ਤੇ ਜ਼ਰੂਰੀ ਹੈ ਕਿ ਆਪਾਂ ਰੂਹ ਦੇ ਨਾਲ ਹੀ ਉਸ ਰੂਹ ਦੀ ਵਰਸ਼ਿਪ ਕਰ ਸਕੀਏ When a few months passed by, this fire in me subsided. It wasn't so strong. ਤੇ ਜਦੋਂ ਕੁਝ ਸਮਾਂ ਬੀਤ ਗਿਆ ਤੇ ਕਿਆ ਹੋਇਆ ਕਿ ਉਹ ਜੋ ਅੱਗ ਸੀ ਨਾ ਜੋ ਅੰਦਰ ਉਹ ਹੌਲੀ ਹੌਲੀ ਕਹਿ ਲੋ ਕਿ ਬੁਝਣੀ ਸ਼ੁਰੂ ਹੋ ਗਈ ਹੌਲੀ ਹੋ ਗਈ And I was in the church and there was an old lady by my side and I was saying inside my heart, oh Lord, when is the time for me to feel the streams of the living waters again? ਤੇ ਇੱਕ ਵਾਰੀ ਮੈਂ ਕਲੀਸਿਆ ਦੇ ਵਿੱਚ ਸੀਗਾ ਤੇ ਉੱਥੇ ਪ੍ਰਾਰਥਨਾ ਚੱਲ ਰਹੀ ਸੀ ਤੇ ਇੱਕ ਬਜ਼ੁਰਗ ਔਰਤ ਉੱਥੇ ਬੈਠੇ ਸੀ ਤੇ ਮੈਂ ਆਪਣੇ ਮਨ ਦੇ ਵਿੱਚ ਐਸੀ ਪ੍ਰਾਰਥਨਾ ਕੀਤੀ ਕਿ ਪ੍ਰਭੂ ਉਹ ਸਮਾਂ ਫਿਰ ਕਦੋਂ ਆਏਗਾ ਕਿ ਜਦੋਂ ਦੁਬਾਰਾ ਤੋਂ ਕਿਆ ਉਹ ਜੀਵਨ ਜਾਂਦੀਆਂ ਨਦੀਆਂ ਮੈਂ ਮਹਿਸੂਸ ਕਰੂੰਗਾ ਮੇਰੇ ਅੰਦਰੋਂ ਨਿਕਲਣਗੀਆਂ And the lady by my side, like if she was reading my prayer, my thoughts, she said, soon is the time for you to feel the streams of the living water, my son. ਤੇ ਜੋ ਔਰਤ ਮੇਰੇ ਨਾਲ ਬੈਠੀ ਸੀ ਨਾ ਉਹ ਐਵੇਂ ਲੱਗਦਾ ਕਿ ਜਿਵੇਂ ਉਹਨੇ ਮੇਰਾ ਮਾਈਂਡ ਪੜ੍ਹ ਲਿਆ ਹੁੰਦਾ ਮੇਰੇ ਵਿਚਾਰ ਉਹਨੇ ਜਾਣ ਲਏ ਹੁੰਦੇ ਆ ਤੇ ਉਸੇ ਸਮੇਂ ਉਹਨੇ ਕਿਹਾ ਕਿ ਜਲਦ ਹੀ ਉਹ ਸਮਾਂ ਆਉਣ ਵਾਲਾ ਹੈ ਜੋ ਤੂੰ ਜੀਵਨ ਜਾਂਦੀਆਂ ਨਦੀਆਂ ਤੇਰੇ ਵਿੱਚੋਂ ਨਿਕਲਣਗੀਆਂ ਔਰ ਤੂੰ ਦੇਖੇਂਗਾ So that was the beginning of a dialogue I had with the Holy Spirit through gifted people. ਤੇ ਉਹ ਇੱਕ ਕਹਿ ਲਓ ਕਿ ਇੱਕ ਜ਼ਰੀਆ ਬਣ ਗਿਆ ਇੱਕ ਮੌਕਾ ਉਦੋਂ ਬਣਨਾ ਸ਼ੁਰੂ ਹੋ ਗਿਆ ਕਿ ਜਦੋਂ ਮੈਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕੀਤਾ ਉਹ ਜਿਹੜੇ ਜਿਨ੍ਹਾਂ ਦੇ ਉੱਪਰ ਵਰਦਾਨ ਸੀਗੇ ਉਹਨਾਂ ਲੋਕਾਂ ਦੇ ਦੁਆਰਾ ਪਰਮੇਸ਼ਰ ਦਾ ਆਤਮਾ ਮੇਰੇ ਨਾਲ ਗੱਲਬਾਤ ਕਰਦਾ ਸੀ ਔਰ ਮੈਂ ਸੁਣਨਾ ਸ਼ੁਰੂ ਕੀਤਾ ਉਸ ਨੂੰ God can directly talk to us, ਤੇ ਪਰਮੇਸ਼ਰ ਸਿੱਧੇ ਵੀ ਆਪਣੇ ਨਾਲ ਤੁਹਾਡੇ ਨਾਲ ਗੱਲ ਕਰ ਸਕਦਾ ਹੈ but in the church, if we give time to prayer, we kneel down and give time in prayer, ਪਰ ਜੇ ਕਲੀਸਿਆ ਦੇ ਵਿੱਚ ਆਪਾਂ ਨੂੰ ਕਿਹਾ ਸਮਾਂ ਦੇਣ ਦੀ ਜ਼ਰੂਰਤ ਹੈ ਆਪਾਂ ਨੂੰ ਘੁਟਨਿਆਂ ਤੇ ਆ ਕੇ ਪ੍ਰਾਰਥਨਾ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਸਮਾਂ ਦੇਣ ਦੀ ਲੋੜ ਹੈ Holy Spirit will give gifts to the individuals. ਤੇ ਫਿਰ ਕਲੀਸਿਆ ਦੇ ਵਿੱਚ ਕੀ ਹੁੰਦਾ ਹੈ ਕਿ ਵੱਖਰੇ ਵੱਖਰੇ ਲੋਕਾਂ ਨੂੰ ਕਿਹਾ ਉਹ ਵੱਖਰੇ ਵੱਖਰੇ ਵਰਦਾਨ ਦਿੰਦਾ ਉਹਦਾ ਰੂਹ And the Holy Spirit wants to fill us all and give us all the grace to speak in the Spirit and edify, build up each other. ਤੇ ਪਰਮੇਸ਼ਰ ਐਸਾ ਕਰਦਾ ਹੈ ਕਿ ਉਹ ਉਸ ਦੌਰਾਨ ਹਨਾ ਕਲੀਸਿਆ ਦੇ ਵਿੱਚ ਕਿ ਉਹ ਤੁਹਾਨੂੰ ਵੀ ਭਰੇਗਾ ਤੇ ਤੁਹਾਡੇ ਦੁਆਰਾ ਲੋਕਾਂ ਨੂੰ ਵੀ ਭਰੇਗਾ ਕਿ ਉਹਨਾਂ ਦਾ ਵੀ ਵਾਧਾ ਹੋਏ ਐਡੀਫਿਕੇਸ਼ਨ ਦੇ ਲਈ ਤੁਸੀਂ ਫਿਲ ਵੀ ਕੀਤੇ ਜਾਓਗੇ Recently, a lady spoke to me by the Holy Spirit with my name and said to me, my son Sophronis, you will be invited to a foreign country and I want you to go. ਤੇ ਹੁਣ ਰੀਸੈਂਟਲੀ ਇਹਨਾਂ ਸਮੇਂ ਦੇ ਵਿੱਚ ਕੀ ਹੋਇਆ ਕਿ ਇੱਕ ਔਰਤ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਰੂਹ ਦੇ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਕਿ ਸਫਰੋਨਿਸ ਰੀਸੈਂਟਲੀ ਕਿ ਇਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਕਿ ਤੈਨੂੰ ਇੱਕ ਬੁਲਾਹਟ ਆਊਗੀ ਇੱਕ ਸੱਦਾ ਆਏਗਾ ਤੈਨੂੰ ਫੋਰਨ ਕੰਟਰੀ ਤੋਂ Yes, and after that, someone is a pastor. He's running 6 churches in Romania. I never saw him. He's just friends with somebody who was earlier on in Cyprus to get foreign Cyprus. We talked at phone and he invited me to Romania. ਤੇ ਫਿਰ ਕੀ ਹੋਇਆ ਉਸ ਤੋਂ ਬਾਅਦ ਐਸਾ ਹੋਇਆ ਕਿ ਰੋਮਾਨੀਆ ਦੇ ਵਿੱਚ ਕੋਈ ਸੀਗੇ ਜਿਨ੍ਹਾਂ ਦੇ 6 ਕਲੀਸਿਆ ਪਰ ਮੈਂ ਉਹਨਾਂ ਨੂੰ ਹਲੇ ਪਰਸਨਲੀ ਨਹੀਂ ਮਿਲਿਆ ਨਾ ਹੀ ਮੈਂ ਜਾਣਦਾ ਪਰ ਉਹ ਕਿਸੇ ਨੂੰ ਜਾਣਦੇ ਸੀਗੇ ਜਿਹਨੂੰ ਮੈਂ ਵੀ ਜਾਣਦਾ ਸੀ ਬਹੁਤ ਸਮੇਂ ਤੋਂ ਤੇ ਉਹਦੇ ਦੁਆਰਾ ਮੇਰੇ ਕੋਲ ਸੱਦਾ ਆਇਆ ਕਿ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਉੱਥੇ So I will go for a couple of days. ਤੇ ਮੈਂ ਕੁਝ ਦਿਨਾਂ ਲਈ ਉੱਥੇ ਜਾਊਂਗਾ
bear in mind that Romania is a country that I always loved without knowing why I love this country. And I wanted to visit this country and I never did. ਤੇ ਮੈਂ ਇਹ ਦੱਸਣਾ ਵੀ ਚਾਹਨਾ ਕਿ ਇੱਕ ਰੋਮਾਨੀਆ ਇੱਕ ਐਸੀ ਕੰਟਰੀ ਕਿ ਜਿਹਨੂੰ ਨਾ ਮੈਂ ਹਮੇਸ਼ਾ ਇੱਕ ਮੇਰੇ ਮਨ 'ਚ ਇੱਛਾ ਸੀਗੀ ਕਿ ਮੈਂ ਮੇਰੇ ਇੱਕ ਪਿਆਰ ਆਉਂਦਾ ਸੀ ਉਹਦੇ ਪ੍ਰਤੀ ਔਰ ਮਨ 'ਚ ਆਉਂਦਾ ਸੀਗਾ ਕਿ ਮੈਂ ਕਿਸ ਦਿਨ ਜਾਵਾਂ ਤੇ ਉਹ ਦੇਖਾਂ ਤੇ ਉਸੇ ਕੰਟਰੀ ਦਾ ਸੱਦਾ ਮਤਲਬ ਮੇਰੇ ਕੋ ਆਇਆ. So it's nice to be in close relationship with the Holy Spirit, the communion of the Holy Spirit. ਤੇ ਬਹੁਤ ਅੱਛਾ ਹੈ ਪਵਿੱਤਰ ਆਤਮਾ ਦੇ ਨਾਲ ਕਿਆ ਗਹਿਰਾਈ ਦੇ ਵਿੱਚ ਰਹਿਣਾ ਤੇ ਉਹਦੇ ਨਾਲ ਕਲੋਜ਼ ਹੋ ਕੇ ਬਹੁਤ ਹੀ ਇੰਟੀਮੇਟ ਹੋ ਕੇ ਰਹਿਣਾ ਪਰਮੇਸ਼ਰ ਦੇ ਆਤਮਾ ਦੇ ਨਾਲ. Let's see somebody who let us see now somebody who was in good relationship with the Holy Spirit. ਚਲੋ ਹੁਣ ਆਪਾਂ ਦੇਖਦੇ ਆ ਕਿ ਜੋ ਇੱਕ ਐਸੇ ਦੇ ਬਾਰੇ ਉਹਨੂੰ ਦੇਖਦੇ ਆ ਜਿਹਦਾ ਪਵਿੱਤਰ ਆਤਮਾ ਦੇ ਨਾਲ ਬਹੁਤ ਹੀ ਕਲੋਜ਼ ਰਿਲੇਸ਼ਨਸ਼ਿਪ ਸੀਗਾ. ਤੇ ਆਪਾਂ ਜ਼ਬੂਰ ਪੜਾਂਗੇ ਜ਼ਬੂਰ 27. परमेश्वर मेरी ज्योति मेरा उद्धार. यहोवा परमेश्वर मेरी ज्योति और मेरा उद्धार है, मैं किससे डरूं? यहोवा मेरे जीवन का दृढ़ गढ़ ठहरा है, मैं किसका भय खाऊं? जब कुकर्मियों ने जो मुझे सताते और मुझी से बैर रखते थे मुझे खा डालने के लिए मुझ पर चढ़ाई की, तब वे ही ठोकर खाकर गिर पड़े. चाहे सेना भी मेरे विरुद्ध छावनी डाले तो भी मैं न डरूंगा. चाहे मेरे विरुद्ध लड़ाई ठन जाए उस दशा में भी मैं हियाव बांधे निश्चिंत रहूंगा. एक वर मैंने यहोवा से मांगा है, उसी के यत्न में लगा रहूंगा कि मैं जीवन भर यहोवा के भवन में रहने पाऊं, जिससे यहोवा की मनोहरता पर दृष्टि लगाए रहूं और उसके मंदिर में ध्यान किया करूं. क्योंकि वह तो मुझे विपत्ति के दिन में अपने मंडप में छिपा रखेगा, अपने तंबू के गुप्त स्थान में वह मुझे छुपा लेगा और चट्टान पर चढ़ाएगा. अब मेरा सिर मेरे चारों ओर के शत्रुओं से ऊंचा होगा. आमीन. मैं यहोवा के तंबू में जय जयकार के साथ बलिदान चढ़ाऊंगा और उसका भजन गाऊंगा. हे यहोवा मेरा शब्द सुन, मैं पुकारता हूँ, तू मुझ पर अनुग्रह कर और मुझे उत्तर दे. तूने कहा है मेरे दर्शन के खोजी हो, इसीलिए मेरा मन तुझसे कहता है, हे यहोवा तेरे दर्शन का मैं खोजी होऊंगा. अपना मुख मुझसे न छिपा, अपने दास को क्रोध करके न हटा. तू मेरा सहायक बना है, हे मेरे उद्धार करने वाले परमेश्वर, मुझे त्याग न दे और मुझे छोड़ न दे. मेरे माता पिता ने तो मुझे छोड़ दिया है, परंतु यहोवा मुझे संभाल लेगा. हे यहोवा अपने मार्ग में मेरी अगुवाई कर और मेरे द्रोहियों के कारण मुझको चौरस रास्ते पर ले चल. मुझको मेरे सताने वालों की इच्छा पर न छोड़, क्योंकि झूठे साक्षी जो उपद्रव करने की धुन में हैं वे मेरे विरुद्ध उठे हैं. यदि मुझे विश्वास न होता कि जीवितों की पृथ्वी पर यहोवा की भलाई को देखूंगा तो मैं मूर्छित हो जाता. यहोवा की बाट जोहता रहे, हियाव बांध और तेरा हृदय दृढ़ रहे. हाँ, यहोवा ही की बाट जोहता रहे. आमीन. So one thing that God wants from us and will please His heart ਤੇ ਇੱਕ ਚੀਜ਼ ਜੋ ਪਰਮੇਸ਼ਰ ਆਪਣੇ ਤੋਂ ਚਾਹੁੰਦਾ ਹੈ ਤੇ ਜੋ ਉਹਦੇ ਹਿਰਦੇ ਨੂੰ ਖੁਸ਼ ਕਰੇਗਾ is for us to become real worshippers of God. ਉਹ ਆ ਹੈ ਕਿ ਉਹ ਚਾਹੁੰਦੇ ਕਿ ਆਪਾਂ ਸੱਚੇ ਆਰਾਧਕ ਬਣੀਏ. Like you did earlier on, you sing to the Lord, spending time to sing to the Lord with your heart. ਜਿਵੇਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਕੀਤਾ ਕਿ ਨਾ ਪਰਮੇਸ਼ਰ ਦੇ ਲਈ ਗੀਤ ਗਾਏ ਤੇ ਪੂਰੇ ਆਪਣੇ ਹਿਰਦੇ ਦੇ ਨਾਲ ਉਸ ਚੀਜ਼ ਨੂੰ ਕੀਤਾ. God wants us to do it on a personal level. I mean, personally, daily basis. ਤੇ ਪਰਮੇਸ਼ਰ ਚਾਹੁੰਦਾ ਕਿ ਐਸੀ ਆਰਾਧਨਾ ਪੂਰੀ ਦਿਲ ਖੋਲ ਕੇ ਤੁਸੀਂ ਇੱਕ ਪਰਸਨਲੀ ਹਰ ਸਮੇਂ ਹਰ ਵੇਲੇ ਉਹਦੇ ਨਾਲ ਕਰੋ, ਹਰ ਦਿਨ. Spend quality time to worship the Lord. ਸਭ ਤੋਂ ਸੋਹਣਾ ਸਮਾਂ ਉਹਦੇ ਨਾਲ ਬਿਤਾਓ ਪਰਮੇਸ਼ਰ ਦੇ ਨਾਲ. And because the Father is looking to find worshippers. क्योंकि वचन के अंदर कि परमेश्वर के ऐसे नु लभ रहे जो आराधक हो. And the Holy Spirit was given to us the main reason why to make us worshippers. ਤੇ ਇੱਕ ਕਾਰਨ ਇਹ ਹੈ ਕਿ ਜੋ ਪਵਿੱਤਰ ਆਤਮਾ ਆਪਾਂ ਨੂੰ ਦਿੱਤਾ ਗਿਆ ਕਿਸ ਕਾਰਨ ਦੇ ਲਈ ਦਿੱਤਾ ਕਿ ਆਪਾਂ ਨੂੰ ਵਰਸ਼ਿਪਰਸ ਬਣਾਉਣ ਦੇ ਲਈ ਆਰਾਧਕ ਬਣ ਜਾਈਏ ਆਪਾਂ ਉਹਦੇ ਲਈ ਦਿੱਤਾ ਗਿਆ. God can only be loved by God. As human beings, we cannot love God enough to worship Him in a satisfactory way. ਹਾਲੇਲੂਇਆ.
ਕਿਉਂਕਿ ਪਰਮੇਸ਼ਰ ਕਿਹਾ ਇੱਕ ਮਨੁੱਖ ਮਤਲਬ ਉਹਨੂੰ ਪਰਮੇਸ਼ਰ ਨੂੰ ਇੰਨਾ ਪਿਆਰ ਨਹੀਂ ਕਰ ਸਕਦਾ, ਸਿਰਫ ਪਰਮੇਸ਼ਰ ਦਾ ਆਤਮਾ ਹੀ ਆਪਾਂ ਨੂੰ ਸਿਖਾ ਸਕਦਾ ਕਿ ਇੱਕ ਪ੍ਰਭੂ ਪਰਮੇਸ਼ਰ ਦੇ ਨਾਲ ਪਿਆਰ ਕੀਤਾ ਕਿਵੇਂ ਜਾ ਸਕਦਾ ਹੈ। So when the Holy Spirit comes, Jesus says, where will go the Holy Spirit? In us, in us. He will exalt me, he will glorify me, Jesus says. ਤੇ ਵਚਨ ਕਿਆ ਕਹਿੰਦੇ, ਯਿਸੂ ਨੇ ਵਚਨ ਦੇ ਵਿੱਚ ਕਿਹਾ ਕਿ ਕਿਆ ਹੋਏਗਾ ਜਦੋਂ ਪਵਿੱਤਰ ਆਤਮਾ ਆ ਜਾਏਗਾ, ਉਹ ਮੈਨੂੰ ਐਕਸਟੋਲ ਕਰੇਗਾ, ਮੀਨਸ ਕਿ ਮੈਨੂੰ ਉੱਪਰ ਉਠਾਏਗਾ, ਮੈਨੂੰ ਵਰਸ਼ਿਪ, ਮੈਨੂੰ ਆਰਾਧਨਾ ਕਰੇਗਾ ਪਰਮੇਸ਼ਰ ਦੀ, ਤੇ ਉਹਨੂੰ ਅਪਲਿਫਟ ਕਰੇਗਾ। ਪਰਮੇਸ਼ਰ ਦਾ ਆਤਮਾ ਦਾ ਇਹ ਕੰਮ ਹੈ ਜਦੋਂ ਆਪਣੇ ਅੰਦਰ ਆਏਗਾ। Amen. So David is doing something very important. ਤੇ ਇੱਥੇ ਦਾਊਦ ਨੇ ਲਿਖਿਆ ਤੇ ਉਹ ਬਹੁਤ ਹੀ ਖਾਸ ਚੀਜ਼ ਕਹਿ ਰਿਹਾ ਕਰ ਰਿਹਾ। He makes sure that every day he does what is required to come to really meet God. तो इस चीज ਦੀ ਕਿ ਆਪਣੇ ਆਪ ਨੂੰ ਮਤਲਬ ਇੱਕ ਪੂਰਨਤਾ ਹੀ ਕਰਦਾ ਹੈ, ਹਰ ਚੀਜ਼ ਨੂੰ ਹਰ ਦਿਨ ਆਪਣੇ ਨਾਲ ਸ਼ੋਰ ਕਰਦਾ ਕਿ ਮੈਂ ਪਰਮੇਸ਼ਰ ਦੇ ਅੱਗੇ ਜਾਵਾਂ ਤੇ ਜੋ ਆਰਾਧਨਾ ਜੋ ਮੈਂ ਉਹਦੇ ਅੱਗੇ ਕਰਾਂ ਪੂਰੇ ਦਿਲ ਦੇ ਨਾਲ ਹੋਏ। Actually, he says, morning, noon, and evening, I will be crying out to you, and you will hear my voice. ਤੇ ਉੱਥੇ ਵਚਨ ਦੇ ਵਿੱਚ ਉਹ ਕੀ ਕਹਿੰਦਾ ਕਿ ਮੈਂ ਦਿਨ ਨੂੰ, ਦੁਪਹਿਰ ਨੂੰ ਤੇ ਰਾਤ ਨੂੰ, ਸਾਂਝ ਨੂੰ ਵੀ ਕਿਹਾ ਮੈਂ ਆਪਣਾ ਪੂਰਾ ਦਿਲ ਖੋਲ ਕੇ ਤੇਰੇ ਅੱਗੇ ਗਿੜਗਿੜਾਵਾਂਗਾ, ਰੋਵਾਂਗਾ। He disciplined himself. ਤੇ ਇਹ ਚੀਜ਼ ਕਰਨ ਦੇ ਲਈ ਉਹਨੇ ਕਿ ਆਪਣੇ ਆਪ ਨੂੰ ਡਿਸਪਲਿਨ ਕੀਤਾ। And he was disciplining himself such a way that he could say that only one thing have I required from the Lord, to dwell in his house all the days of my life. ਤੇ ਉਹਨੇ ਆਪਣੇ ਆਪ ਨੂੰ ਕਹਿ ਲੋ ਕਿ ਇੰਨਾ ਡਿਸਪਲਿਨ ਕੀਤਾ ਕਿ ਉਹ ਇੱਕ ਚੀਜ਼ ਕਹਿ ਰਹੇ ਥੇ ਕਿ ਮੈਂ ਇੱਕ ਹੀ ਵਾਰ ਮੰਗਦਾ ਆ ਕਿ ਮੈਂ ਤੇਰੇ ਭਵਨ ਦੇ ਵਿੱਚ ਸਦਾ ਰਹਿਣੇ ਪਾਵਾਂ ਤੇ ਤੇਰੀ ਉੱਪਰ ਦ੍ਰਿਸ਼ਟੀ ਲਗਾਏ ਰੱਖਾਂ, ਮੈਂ ਤੈਨੂੰ ਰੋਜ਼ ਦੇਖਦਾ ਰਵਾਂ। You may spend 1,000 days the best way, visiting the best places on earth, having fellowship with the best people, or even brothers and sisters on earth. You may spend 1,000 days doing that. ਤੇ ਆਪਾਂ ਕਿ 1000 ਦਿਨ ਬਿਤਾ ਸਕਦੇ ਆ ਦੁਨੀਆ ਦੀ ਸਭ ਤੋਂ ਸੋਹਣੀਆਂ ਥਾਵਾਂ ਦੇਖਣ ਚ, ਉੱਥੇ ਰਹਿਣ ਚ, ਆਪਣੇ ਬ੍ਰਦਰ ਸਿਸਟਰਸ ਦੇ ਨਾਲ ਜਿਹੜੇ ਹੈਗੇ ਉਹਨਾਂ ਦੇ ਨਾਲ ਵੀ ਆਪਾਂ ਹਜ਼ਾਰੋਂ ਜੋ ਘੰਟੇ ਜਾਂ ਫਿਰ ਦਿਨ ਉਹ ਆਪਾਂ ਬਿਤਾ ਸਕਦੇ ਆ। But the man who really tastes the presence of God ਪਰ ਐਸਾ ਮਨੁੱਖ ਜਿਹਨੇ ਸੱਚਮੁੱਚ ਕਹਿ ਲੋ ਕਿ ਪਰਮੇਸ਼ਰ ਦੀ ਹਜ਼ੂਰੀ ਨੂੰ ਚੱਖ ਲਿਆ ਆ, can say together with David that a day in your presence, Lord, is better than the thousands of days. ਹਾਲੇਲੂਇਆ। ਸਿਰਫ ਉਹ ਹੀ ਜਿਹਨੇ ਪਰਮੇਸ਼ਰ ਦੀ ਹਜ਼ੂਰੀ ਨੂੰ ਚੱਖ ਲਿਆ, ਸਿਰਫ ਉਹ ਹੀ ਇਹ ਦਾਊਦ ਵਾਲੀ ਗੱਲ ਕਹਿ ਸਕਦਾ ਹੈ ਕਿ ਮੈਂ ਉੱਥੇ ਹੀ ਰਹੂੰਗਾ, ਮੈਂ ਸਦਾ ਉਸ ਚੀਜ਼ ਨੂੰ ਦੇਖਦਾ ਰਹੂੰਗਾ। So this thing I require from the Lord. ਤੇ ਆ ਚੀਜ਼ ਕੀ ਹੈ ਕਿ ਪਰਮੇਸ਼ਰ ਦੇ ਦੁਆਰਾ ਆਈ। The Lord will give me the grace. The Lord will send His light and His truth to take me into His holy presence. ਤੇ ਇਹ ਆਈ ਕਿੱਥੋਂ, ਇਹ ਇੱਛਾ ਜਾਂ ਫਿਰ ਇਹ ਕਰਨ ਦੇ ਜੋ ਕਹਿ ਲੋ ਇੱਕ ਅਨੁਗ੍ਰਹ ਕਿੱਥੋਂ ਆਇਆ? ਉਹ ਕਹਿ ਰਿਹਾ ਕਿ ਪਰਮੇਸ਼ਰ ਦੀ ਤਰਫ ਤੋਂ ਆਇਆ ਕਿ ਉਹ ਮੇਰੀ ਜੋਤੀ ਹੈ, ਮੇਰਾ ਉद्धार ਹੈ, ਉਸਨੇ ਮੇਰੇ ਉੱਪਰ ਐਸਾ ਗ੍ਰੇਸ ਕੀਤਾ ਹੈ ਕਿ ਮੈਂ ਇਸ ਚੀਜ਼ ਨੂੰ ਕਰ ਪਾਵਾਂ। In the New Testament, things seem to be easier actually. ਤੇ ਨਵੇਂ ਨਿਯਮ ਦੇ ਵਿੱਚ ਕਿਹਾ ਕਿ ਜੋ ਚੀਜ਼ਾਂ ਆਪਾਂ ਦੇਖਦੇ ਕਿ ਉਹ ਵਾਸਤਵ ਵਿੱਚ ਕਿ ਆਸਾਨ ਕਰ ਦਿੱਤੀਆਂ ਗਈਆਂ ਨੇ। Because it explains to us that the throne of God is a throne of grace. ਕਿਉਂਕਿ ਨਵਾਂ ਨਿਯਮ ਦੱਸਦਾ ਹੈ ਕਿ ਜੋ ਪਰਮੇਸ਼ਰ ਦਾ ਸਿੰਘਾਸਨ ਹੈ ਉਹ ਕਿ ਅਨੁਗ੍ਰਹ ਦਾ ਸਿੰਘਾਸਨ ਹੈ। And urges us to come boldly into the presence of God through the blood of Jesus. तो ਆਪਾਂ ਨੂੰ ਪ੍ਰੋਤਸਾਹਿਤ ਕਰਦਾ ਕਿ ਯਿਸੂ ਦੇ ਲਹੂ ਦੇ ਦੁਆਰਾ ਉਸ ਅਨੁਗ੍ਰਹ ਦੇ ਸਿੰਘਾਸਨ ਦੇ ਸਾਹਮਣੇ ਕਿ ਬੋਲਡਲੀ ਆ ਜਾਈਏ, ਪੂਰੇ ਕੌਨਫੀਡੈਂਟ ਹੋ ਕੇ ਆ ਜਾਈਏ। To receive what we need in life, we need only two things: grace and mercy. ਤੇ ਕਿਉਂ ਆਣੇ ਉਹਦੇ ਸਿੰਘਾਸਨ ਦੇ ਅੱਗੇ? ਆਪਾਂ ਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੈ, ਉਹ ਕਿਹਾ ਉਹਦੀ ਦਇਆ ਤੇ ਉਹਦਾ ਅਨੁਗ੍ਰਹ। We said in the beginning that God requires worshippers. ਤੇ ਆਪਾਂ ਪਹਿਲਾਂ ਗੱਲ ਕੀਤੀ ਕਿ ਪਰਮੇਸ਼ਰ ਕਿਹਨੂੰ ਚਾਹੁੰਦਾ ਹੈ ਕਿ ਉਹ ਚਾਹੁੰਦਾ ਹੈ ਆਰਾਧਕਾਂ ਨੂੰ ਚਾਹੁੰਦਾ ਹੈ। Another thing God is pleased is for us to be obedient people. ਤੇ ਦੂਸਰੀ ਚੀਜ਼ ਜਿਹਦੇ ਨਾਲ ਪਰਮੇਸ਼ਰ ਖੁਸ਼ ਹੁੰਦਾ ਹੈ ਉਹ ਕੀ ਹੈ ਕਿ ਆਪਾਂ ਆਗਿਆਕਾਰੀ ਬਣ ਜਾਈਏ। But because we don't manage to be 100% obedient, we need to another thing to be people of repentance. ਕਿਉਂਕਿ ਆਪਾਂ ਪੂਰੀ ਤਰ੍ਹਾਂ ਕਈ ਦਫਾ ਕਿ ਆਗਿਆਕਾਰੀ ਦੇ ਵਿੱਚ ਨਹੀਂ ਬਣੇ ਰਹਿ ਸਕਦੇ ਜਾਂ ਫਿਰ ਨਹੀਂ ਹੁੰਦੇ, ਤਾਂ ਹੋਰ ਦੂਸਰੀ ਚੀਜ਼ ਕੀ ਹੈ? The second obedient, and the third one is to be people who contrite spirit, who humble themselves, who repent, who really repent. ਤੇ ਜੇ ਨਹੀਂ ਐਸਾ ਹੋ ਪਾਉਂਦਾ ਫਿਰ ਤੀਸਰੀ ਚੀਜ਼ ਕੀ ਹੈ ਕਿ ਆਪਾਂ ਪਛਤਾਵੇ ਦੇ ਨਾਲ ਐਸਾ ਇੱਕ ਟੁੱਟਾ ਹੋਇਆ ਹਿਰਦਾ ਲਿਖਿਆ ਨਾ ਉੱਥੇ ਕਿ ਆਪਣੇ ਮਨ ਨੂੰ ਦੀਨ ਕਰਕੇ ਟੁੱਟਾ ਹੋਇਆ ਹਿਰਦਾ ਲੈ ਕੇ ਪਰਮੇਸ਼ਰ ਦੇ ਅੱਗੇ ਆਈਏ। Do our best to please the Lord with our obedience. ਤੇ ਬਹੁਤ ਆਪਾਂ ਕੋਸ਼ਿਸ਼ ਕਰੀਏ ਪੂਰੀ ਤਰ੍ਹਾਂ ਕਿ ਪਰਮੇਸ਼ਰ ਨੂੰ ਖੁਸ਼ ਕਰਨ ਦੇ ਲਈ ਆਗਿਆਕਾਰੀ ਦੇ ਨਾਲ। But also be
quick to repent. ਪਰ ਕਿਆ ਬਹੁਤ ਜਲਦਬਾਜ਼ੀ ਐਸੀ ਇਸ ਚੀਜ਼ ਦੇ ਲਈ ਵੀ ਕਰੀਏ ਕਿ ਪਛਤਾਪ ਕਰਨ ਦੇ ਲਈ ਆਪਣਾ ਮਨ ਦੇਰੀ ਨਾ ਕਰੇ ਪਰ ਜਲਦੀ ਨਾ ਕਰ ਲਏ Because as human beings, we will always be making mistakes and some sins. ਕਿਉਂਕਿ ਕਿ ਇੱਕ ਮਨੁੱਖ ਹੋਣ ਦੇ ਨਾਤੇ ਕਿ ਆਪਣੇ ਤੋਂ ਹਮੇਸ਼ਾ ਕੁਝ ਨਾ ਕੁਝ ਗਲਤੀਆਂ ਹੁੰਦੀਆਂ ਰਹਿਣਗੀਆਂ ਔਰ ਆਪਾਂ ਕਰਦੇ ਵੀ ਹਾਂ And God is really pleased if we have these three characteristics. ਤੇ ਪਰਮੇਸ਼ਰ ਸੱਚਮੁੱਚ ਬਹੁਤ ਖੁਸ਼ ਹੁੰਦਾ ਜੇ ਆਪਣੇ ਅੰਦਰ ਇਹ ਤਿੰਨ ਕੈਰੈਕਟਰਸ ਹੈਗੇ ਚੀਜ਼ਾਂ ਹੈਗੀਆਂ Hallelujah. So David is enjoying a nice relationship with God. ਤੇ ਇੱਥੇ ਆਪਾਂ ਜ਼ਬੂਰ 27 ਦੇ ਵਿੱਚ ਪੜਿਆ ਨਾ ਆਪਾਂ ਦੇਖ ਸਕਦੇ ਹਾਂ ਕਿ ਇੱਥੇ ਦਾਊਦ ਬਹੁਤ ਇੱਕ ਸੋਹਣਾ ਰਿਲੇਸ਼ਨਸ਼ਿਪ ਖੁਦਾ ਦੇ ਨਾਲ ਆਪਣਾ ਇੱਕ ਬਹੁਤ ਖੂਬਸੂਰਤ ਰਿਸ਼ਤਾ ਇੰਜੋਏ ਕਰ ਰਿਹਾ ਉਹਨੂੰ ਐਕਸਪਲੇਨ He ਕੀਤਾ has many enemies. He has many enemies. ਤੇ ਉੱਥੇ ਆਪਾਂ ਪੜਿਆ ਕਿ ਉਹਦੀ ਬਹੁਤ ਸਾਰੇ ਕਿਆ ਐਨੀਮੀਜ਼ ਵੀ ਸੀਗੇ ਵਿਰੋਧੀ ਸੀਗੇ But he's hiding into the presence of God. ਪਰ To ਉੱਥੇ his ਲਿਖਿਆ ਕਿ refuge. ਮੈਂ ਕਿੱਥੇ ਸ਼ਰਨ ਲੈ ਲਈ ਹੈ ਮੈਂ ਪਰਮੇਸ਼ਰ ਦੇ ਜੋ ਮਹਾਪਵਿੱਤਰ ਸਥਾਨ ਹੈ ਨਾ ਉਹਦੇ ਵਿੱਚ ਮੈਂ ਸ਼ਰਨ ਲੈ ਲਈ ਮੈਂ ਉੱਥੇ ਲੁਕਿਆ ਹਾਂ And he is exalted over his enemies. ਤੇ ਕਿਹਾ ਉਹ ਕਿ ਉੱਪਰ ਉਠਾ ਦਿੱਤਾ ਗਿਆ ਉੱਥੇ ਲਿਖਿਆ ਆਪਣੇ ਵਿਰੋਧੀਆਂ ਤੋਂ ਉੱਚਾ ਉਠਾ ਦਿੱਤਾ ਗਿਆ Actually, he is the type of the sheep that knows how to follow the good shepherd. ਤੇ ਇਹ ਆਪਾਂ ਐਵੇਂ ਦੇਖੀਏ ਨਾ ਤੇ ਐਵੇਂ ਲੱਗਦਾ ਕਿ ਇੱਕ ਉਹ ਭੇਡ ਹੈ ਜੋ ਜਾਣਦੀ ਹੈ ਕਿ ਆਪਣੇ ਜੋ ਚਰਵਾਹਾ ਹੈ ਉਹਨੂੰ ਕਿਵੇਂ ਉਹਦੇ ਮਗਰ ਜਾਣਾ ਉਹਨੂੰ ਕਿਵੇਂ ਫੋਲੋ ਕਰਨਾ ਹੈ ਸੁਣਨਾ ਹੈ It's good to study the good shepherd as appears in the book of John, the 10th chapter. ਤੇ ਇੱਕ ਚੰਗੇ ਚਰਵਾਹੇ ਨੂੰ ਜੇ ਜਾਣਨਾ ਹੈ ਨਾ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਉਹ ਚੈਪਟਰ ਵੀ ਉਹਦੇ ਵਿੱਚੋਂ ਪੜ੍ਹ ਕੇ ਦੇਖੀਏ ਉਹਨੂੰ ਹੋਰ ਜਾਣਨ ਦੇ ਲਈ ਯੂਹੰਨਾ ਦੇ ਵਿੱਚੋਂ Jesus introduces himself as a good shepherd who calls his sheep by their name. He knows you by your name. ਤੇ ਉੱਥੇ ਲਿਖਿਆ ਕਿ ਯੀਸ਼ੂ ਮਸੀਹ ਇੱਕ ਚੰਗਾ ਚਰਵਾਹਾ ਹੈ ਤੇ ਉਹ ਆਪਣੀ ਭੇਡਾਂ ਨੂੰ ਪਹਿਚਾਣਦਾ ਤੇ ਉਹ ਨਾਮ ਲੈ ਕੇ ਉਹ ਕਹਿੰਦਾ ਮੈਂ ਆਪਣੀ ਭੇਡਾਂ ਨੂੰ ਜਾਣਦਾ ਤੇ ਬੁਲਾਣਾ Which means he wants to be related to you personally, an exclusive relationship. ਤੇ ਨਾਮ ਲੈ ਕੇ ਬੁਲਾਏ ਜਾਣ ਦਾ ਮਤਲਬ ਕੀ ਹੈ ਕਿ ਇਟ ਮੀਨਸ ਕਿ ਉਹ ਜੋ ਨਾਮ ਲੈ ਰਿਹਾ ਤੇ ਇਟ ਮੀਨਸ ਪਰਸਨਲੀ ਉਹ ਤੁਹਾਡੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਣਾ ਚਾਹੁੰਦਾ ਹੈ And what he wants that, and he calls himself your friend. ਤੇ ਉਹ ਇਹ ਚਾਹੁੰਦਾ ਹੈ ਕਰਨਾ ਤੇ ਆਪਣੇ ਆਪ ਨੂੰ ਕਿਉਂ ਕਹਿੰਦਾ ਕਿ ਮੈਂ ਤੁਹਾਡਾ ਦੋਸਤ ਹਾਂ ਤੁਸੀਂ ਮੇਰੇ ਦੋਸਤ ਹੋ He has taken the initiative. He made the first step in the Song of Songs. We see him going into the rocks, into the cliffs, into the steep, and calling the beloved one and saying to her, come unto me, come unto me, I want to meet ਤੇ you. ਜੋ ਸ੍ਰੇਸ਼ਟ ਗੀਤ ਦੀ ਕਿਤਾਬ ਹੈ ਮੈਨੂੰ ਪੰਜਾਬੀ ਚ ਨਹੀਂ ਪਤਾ ਕਿਆ ਬਟ ਉਸ ਤੇ ਬਹੁਤ ਸੋਹਣੇ ਸੋਹਣੇ ਫਰੇਜ਼ਸ ਦੇ ਕੇ ਲਿਖਿਆ ਹੋਇਆ ਕਿ ਉਹ ਚਟਾਨਾਂ ਦੇ ਵਿੱਚ ਵੀ ਹੈ ਨਾ ਉਹ ਖੱਡਿਆਂ ਦੇ ਵਿੱਚ ਵੀ ਹੋ ਕੇ ਕਿਹਾ ਤੇਰਾ ਨਾਮ ਲੈ ਕੇ ਤੈਨੂੰ ਪੁਕਾਰਦਾ ਵਾਰੀ ਕਹਿੰਦਾ ਕਿ ਮੇਰੇ ਪਿਆਰੇ ਮੇਰੇ ਕੋਲ ਆ ਜਾ ਮੇਰੇ ਪਿਆਰੇ ਮੈਂ ਤੈਨੂੰ ਖੋਜਦਾ ਤੇ ਮੇਰੇ ਕੋਲ ਆ ਜਾ In the New Testament he says, I call you friends. ਤੇ ਨਵੇਂ ਨਿਯਮ ਦੇ ਵਿੱਚ ਕਿਹਾ ਉਹਨੇ ਕਿਹਾ ਕਿ ਆਪਾਂ ਨੂੰ ਦੋਸਤ ਕਹਿ ਕੇ ਪੁਕਾਰੇ ਕਿ ਤੁਸੀਂ ਮੇਰੇ ਦੋਸਤ ਹੋ ਉਹਨੇ ਇਨੀਸ਼ੀਏਟਿਵ ਲਿਆ ਪਹਿਲਾ ਸਟੈਪ ਲਿਆ ਦੋਸਤ ਕਹਿਣ ਦਾ now it's up to us to respond to this love that is manifested in the Song of Songs and to this friendship that we are called to be to enjoy in the New Testament. ਤੇ ਹੁਣ ਕਿ ਆਪਣੀ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਉਸ ਜੋ ਨੇ ਬੁਲਾਹਟ ਦਿੱਤੀ ਹੈ ਜੋ ਆਪਾਂ ਨੂੰ ਦੋਸਤ ਕਹਿ ਕੇ ਪੁਕਾਰਿਆ ਉਸ ਦੋਸਤੀ ਦੇ ਲਈ ਅੱਗੇ ਸਟੈਪ ਵਧਾਉਣਾ ਉਸ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰਨਾ ਉਸ ਮੁਹੱਬਤ ਨੂੰ ਉਸ ਪਿਆਰ ਨੂੰ ਰਿਸੀਵ ਕਰਨਾ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਬਣਦੀ ਹੈ And because he has really given himself, David has really given himself to seek the face of the Lord more than anything else, he's enjoying few things that are said in Psalm 23. He says, I will lack nothing. I will have everything. I really need. ਕਿਉਂਕਿ ਦਾਊਦ ਨੇ ਕਿਹਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ਰ ਦੇ ਨਾਲ ਜੋੜਿਆ ਹਨਾ ਤੇ ਆਪਣੇ ਆਪ ਨੂੰ ਉਸ ਜੋ ਫਰੈਂਡਸ਼ਿਪ ਦਾ ਸੱਦਾ ਸੀਗਾ ਜੋ ਉਹਦੇ ਪਿਆਰ ਦਾ ਜੋ ਇੱਕ ਇਨਵੀਟੇਸ਼ਨ ਸੀਗਾ ਇਨਵੀਟੇਸ਼ਨ ਜੋ ਦਾਊਦ ਨੇ ਰਿਸੀਵ ਕੀਤਾ ਨਾ ਉਹਨੇ ਰਿਸਪੌਂਸ ਕੀਤਾ ਤੇ ਤਾਂ ਕਰਕੇ ਆਪਾਂ ਦੇਖ ਸਕਦੇ ਹਾਂ 23 ਦੇ ਵਿੱਚ ਉਹ ਪੂਰੀ ਤਰ੍ਹਾਂ ਕਹਿੰਦਾ ਹੈ He's actually enjoying a life of abundance, as Jesus says in the New Testament when he recommends himself as a good shepherd. I give abundant life to my sheep. ਤੇ 23 ਜ਼ਬੂਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਸ ਚੀਜ਼ ਨੂੰ ਜਾਣ ਲੈਂਦਾ ਕਿ ਮੇਰਾ ਜੋ ਚਰਵਾਹਾ ਹੈ ਉਹਦੇ ਨਾਲ ਮੈਂ ਰਿਸ਼ਤੇ ਦੇ ਵਿੱਚ ਆ ਗਿਆ ਆਪਣਾ ਸਾਰਾ ਕੁਝ ਉਹ ਦੇ ਦਿੰਦਾ ਤੇ ਉਹ ਪੂਰੀ ਤਰ੍ਹਾਂ ਬਿਲੀਵ ਕਰ ਰਿਹਾ ਕਿ ਕੀ ਹੋਏਗਾ ਮੇਰੇ ਲਈ ਅੱਗੇ ਮੈਨੂੰ ਕਿਸੇ ਚੀਜ਼ ਦੀ ਘਟੀ ਨਹੀਂ ਹੋਏਗੀ He restores my soul, you know. Sometimes our soul is very much burdened
or maybe we are very much troubled. इतने हिंदी च लिखे हुआ है मेरे जी में जी ले आता है, पर इंग्लिश में बड़ा सोहना लिखे कि मेरी सोल ਨੂੰ जो मेरा मन है ना जो कदे उदास हो ਜਾਂਦਾ ਹੈ, कदे ਐਵੇਂ ਲੱਗਦਾ ਕਿ ਬਿਲकुल ਖਾਲੀ ਹੈ, ਕਦੇ ਕੱਲਾਪਣ ਲੱਗਦਾ ਹੈ, ਉਸ ਨੂੰ ਹਰਾ ਭਰਾ ਕਰ ਦਿੰਦਾ ਹਰ ਵਾਰੀ ਜਦੋਂ ਵੀ ਮੈਨੂੰ ਇਸ ਤਰੀਕੇ ਫੀਲ ਹੁੰਦਾ ਹੈ ਤੇ ਮਤਲਬ ਇੰਗਲਿਸ਼ ਚ ਬਹੁਤ ਸੋਹਣੀ ਟ੍ਰਾਂਸਲੇਸ਼ਨ ਹੁੰਦੀ। But the good shepherd is always restoring our soul. ਤੇ ਜੋ ਚੰਗਾ ਚਰਵਾਹਾ ਹੈ ਉਹ ਹਮੇਸ਼ਾ ਕਿਹਾ ਮੇਰੇ ਮਨ ਨੂੰ ਚਾਹੇ ਦੁਖੀ ਹੈ ਚਾਹੇ ਕੱਲਾ ਹੈ ਚਾਹੇ ਖਾਲੀ ਹੈ ਉਹ ਮੇਰੇ ਮਨ ਨੂੰ ਰਿਸਟੋਰ ਕਰਦਾ ਫਿਰ ਤੋਂ ਤਰੋਤਾਜ਼ਾ ਕਰ ਦਿੰਦਾ। Even he says you have prepared the table before my enemies. I have enemies, but for me is like nothing is happening. I'm enjoying your presence. It's a festivity for me. ਹਾਲੇਲੂਇਆ। ਤੇ ਉਹ ਖਾਸ ਕਰਕੇ ਇਹਨਾਂ ਸ਼ਬਦਾਂ ਨੂੰ ਦਾਊਦ ਲਿਖਦੇ ਉੱਤੇ ਕਹਿੰਦਾ ਕਿ ਉਹਨੇ ਕਿਹਾ ਮੇਰੇ ਲਈ ਮੇਜ਼ ਵਿਛਾ ਦਿੱਤੀ ਹੈ ਮੇਰੇ ਸ਼ਤਰੂਆਂ ਦੇ ਅੱਗੇ, ਤੇ ਹੁਣ ਮੈਨੂੰ ਮਤਲਬ ਚਿੰਤਾ ਹੀ ਨਹੀਂ, ਮੇਰਾ ਧਿਆਨ ਹੀ ਨਹੀਂ ਜਾ ਰਿਹਾ ਕਿ ਮੇਰੇ ਸ਼ਤਰੂ ਕੀ ਕਰ ਰਹੇ ਔਰ ਕੀ ਹੋ ਰਿਹਾ, ਮੇਰੇ ਅੱਗੇ ਮੇਜ਼ ਲੱਗੀ ਹੈ। And he says, surely goodness and mercy shall follow me all the days of my life. ਤੇ ਉੱਤੇ ਲਿਖਿਆ ਕਿ ਨਿਸ਼ਚੈ ਭਲਾਈ ਤੇ ਕਰੁਣਾ ਕਿਆ ਜੀਵਨ ਭਰ ਮੇਰੇ ਮਗਰ ਆਏਗੀ, ਮੇਰੇ ਨਾਲ ਚੱਲੇਗੀ ਪੂਰੀ ਜ਼ਿੰਦਗੀ ਭਰ। Actually, the original says goodness and mercy will come after me, like a hunter. It says in the original Greek, because it's the 70s also, apart from the Hebrew. It says like a hunter goes after the animals. This way your grace will come after me. ਤੇ ਗ੍ਰੀਕ ਦੇ ਵਿੱਚ ਹੋਰ ਵੀ ਸੋਹਣੇ ਮਤਲਬ ਡੀਪ ਟ੍ਰਾਂਸਲੇਸ਼ਨ ਚ ਲਿਖਿਆ ਹੋਇਆ ਕਿ ਉਹ ਜੋ ਗੁੱਡਨੈਸ ਮਰਸੀ ਹੈ ਨਾ ਭਲਾਈ ਤੇ ਦੀ ਜੋ ਕਰੁਣਾ ਹੈ ਨਾ ਉਹ ਕਿਹਾ ਤੁਹਾਡੇ ਮਗਰ ਲੱਗ ਕੇ ਆਏਗੀ। ਜਿਵੇਂ ਉਹਨੇ ਕਿਹਾ ਐਗਜ਼ਾਮਪਲ ਦਿੱਤਾ ਕਿ ਇੱਕ ਸ਼ਿਕਾਰੀ ਜਿਵੇਂ ਕਿਸੇ ਦੇ ਪਿੱਛੇ ਚੱਲ ਜਾਂਦਾ ਨਾ, ਉਹ ਸ਼ਿਕਾਰ ਕਰਨ ਉਸ ਜਾਨਵਰ ਦੇ ਮਗਰ ਜਾਂਦਾ, ਉਦਾਂ ਤੁਹਾਡੇ ਮਗਰ ਆਏਗੀ ਉਹਦੀ ਭਲਾਈ ਔਰ ਕਰੁਣਾ। So my sheep have a characteristic, Jesus says, they hear my voice. ਤੇ ਯਿਸੂ ਦੱਸਦੇ ਆ ਨਾ ਨਵੇਂ ਨਿਯਮ ਦੇ ਵਿੱਚ ਕਿ ਜੋ ਦੀ ਭੇਡ ਹੈ ਉਹਦੀ ਕੀ ਇੱਕ ਖਾਸੀਅਤ ਹੈ ਕਿ ਉਹ ਮੇਰੀ ਆਵਾਜ਼ ਸੁਣਦੀ ਹੈ। It doesn't necessarily mean that we'll hear an audible voice. ਤੇ ਇਹਦਾ ਵਾਸਤਵ ਚ ਇਹ ਮਤਲਬ ਨਹੀਂ ਹੈ ਸੱਚਮੁੱਚ ਕਿ ਆਪਾਂ ਨੂੰ ਕੁਝ ਐਸੇ ਸੁਣਾਈ ਦੇਣ ਵਾਲੀਆਂ ਆਵਾਜ਼ਾਂ ਉੱਚੀ ਸੁਣਾਈ ਦੇਣਗੀਆਂ। But we are sensitive to God. I am here, God, for you. I want you to spirit contact me and make me sensitive to what you want me to be sensitive. ਪਰ ਇਹਦਾ ਮਤਲਬ ਕੀ ਹੈ ਕਿ ਸੈਂਸਿਟਿਵ ਹੋ ਜਾਣਾ, ਮਤਲਬ ਪਤਾ ਚੱਲ ਜਾਣਾ ਕਿ ਸਪਿਰਿਟ ਦੇ ਵਿੱਚ ਕੁਝ ਹੋਇਆ ਹੈ, ਸਪਿਰਿਟ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ, ਜਾਂ ਫਿਰ ਸਪਿਰਿਟ ਦੇ ਵਿੱਚ ਪਤਾ ਲੱਗਣਾ ਕਿ ਖੁਦਾ ਨੇ ਮੈਨੂੰ ਕੁਝ ਦੱਸਿਆ, ਕੁਝ ਕਹਿ ਰਿਹਾ ਹੋ। I want to be sensitive to your will, to your perfect will, for me to have an assurance in my heart that today, for example, I want me to do one thing or maybe two things. ਤੇ ਐਸਾ ਹੋ ਜਾਣਾ, ਇੰਨੀ ਸੈਂਸਿਟੀਵਿਟੀ ਹੋ ਜਾਣੀ ਕਿ ਇੱਕ ਪਤਾ ਲੱਗ ਜਾਣਾ ਉਹਦੇ ਵਿੱਚ ਕਿ ਖੁਦਾ ਮੈਂ ਤੇਰੀ ਮਰਜ਼ੀ ਦੇ ਲਈ ਨਾ, ਜੋ ਵੀ ਤੇਰੀ ਇੱਛਾ ਹੈ ਤੇਰੀ ਮਰਜ਼ੀ ਹੈ, ਮੈਂ ਉਹਦੇ ਲਈ ਸੈਂਸਿਟਿਵ ਹਾਂ, ਮੈਂ ਮੌਜੂਦ ਇੱਥੇ ਉਸ ਦੇ ਲਈ ਸੈਂਸਿਟਿਵ ਨਹੀਂ ਹੋਣਾ, ਔਰ ਜਾਣ ਕਿ ਖੁਦਾ ਅੱਜ ਤੂੰ ਮੈਨੂੰ ਇਹ ਕੰਮ ਕਹਿ ਰਿਹਾ ਹੈ, ਜੇ ਅੱਜ ਇੱਕ ਹੀ ਕੰਮ ਕਿਹਾ ਤੇ ਇੱਕ, ਔਰ ਅਗਰ ਦੋ ਕਹੇ ਤਾਂ ਮੈਂ ਦੋ ਨੂੰ ਵੀ ਪਹਿਚਾਨੂਗਾ ਔਰ ਕਰੂੰਗਾ। It may be just one verse that God wants to make it really known to me, reveal it to me. ਹੋ ਸਕਦਾ ਸਿਰਫ ਇੱਕ ਹੀ ਐਸਾ ਵਚਨ ਹੋਏ ਜੋ ਪਰਮੇਸ਼ਰ ਤੁਹਾਡੇ ਤੇ ਜ਼ਾਹਿਰ ਕਰਨਾ ਚਾਹੁੰਦਾ, ਉਹ ਚਾਹੁੰਦਾ ਕਿ ਤੁਸੀਂ ਉਹਨੂੰ ਰਿਸੀਵ ਕਰ ਲਓ, ਜਾਣ ਲਓ, ਉਹਦਾ ਭੇਦ ਜਾਣ ਲਓ। And I'm really open to God to take what he wants to transfer to me. ਤੇ ਮੈਂ ਪਰਮੇਸ਼ਰ ਦੇ ਅੱਗੇ ਕਿਹਾ ਬਿਲਕੁਲ ਮੈਂ ਓਪਨ ਆ, ਮੈਂ ਖੁੱਲਾ, ਮੈਂ ਪੂਰੇ ਹਿਰਦੇ ਦੇ ਨਾਲ ਕਿ ਜੋ ਉਹ ਦੇਣ ਜਾ ਰਿਹਾ ਨਾ ਮੈਂ ਉਹਨੂੰ ਪੂਰੀ ਤਰ੍ਹਾਂ ਰਿਸੀਵ ਵੀ ਕਰ ਸਕਾਂ। Then for sure I can follow him. ਤੇ ਫਿਰ ਮੈਂ ਪੱਕਾ ਸੁਨਿਸ਼ਚਿਤ ਹੋ ਜਾਊਂਗਾ ਕਿ ਮੈਂ ਉਹਦੇ ਮਗਰ ਵੀ ਚੱਲ ਸਕਦਾ। And Jesus say, where I am, let my servant be also. ਤੇ ਯਿਸੂ ਨੇ ਕਿਹਾ ਕਿ ਜਿੱਥੇ ਮੈਂ ਹਾਂ ਐਸਾ ਹੀ ਹੋ ਜਾਏ ਕਿ ਮੇਰਾ ਸਰਵੈਂਟ ਮੇਰਾ ਦਾਸ ਵੀ ਉੱਥੇ ਹੀ ਆ ਜਾਏ। And then I have eternal life. ਤੇ ਫਿਰ ਕੀ ਉਸ ਤੋਂ ਬਾਅਦ ਕੀ ਹੋਏਗਾ ਕਿ ਸਦਾ ਕਾਲ ਦਾ ਜੀਵਨ ਹੋਏਗਾ। My sheep follow me and I give them eternal life. ਤੇ ਜੋ ਮੇਰੀ ਭੇਡ ਹੈ ਉਹ ਮੇਰੇ ਮਗਰ ਆਊਗੀ, ਮੇਰੇ ਮਗਰ ਆਂਦੀ ਹੈ ਤੇ ਉਹ ਸਦਾ ਦਾ ਜੀਵਨ ਪਾਊਗੀ। What is eternal life? To continually getting to know God and the one who has sent Jesus Christ. ਤੇ ਅਨੰਤ ਜੀਵਨ ਹੈ ਕੀ ਹੈ ਅਨੰਤ ਜੀਵਨ? ਕਿ ਲਗਾਤਾਰ ਉਸ ਨੂੰ ਜਾਣਦੇ ਜਾਣਾ ਜਿਨੇ ਕਿ ਯਿਸੂ ਮਸੀਹ ਨੂੰ ਭੇਜਿਆ ਆਪਣੇ ਲਈ। Praise the Lord. So, I finish with one last image, picture, let's say. The picture of Jesus being with the disciples after his resurrection at the shore where they
failed to take any fish and he's at the shore waiting for them. ਤੇ ਮੈਂ ਇਸ ਨੂੰ ਖਤਮ ਕਰਨਾ ਚਾਹੂੰਗਾ ਇੱਕ ਉਸ ਸੀਨ ਦੇ ਨਾਲ, ਕਹਿ ਲਓ, ਜੋ ਬਾਈਬਲ ਦੇ ਵਿੱਚ ਦਿੱਤਾ ਹੋਇਆ ਨਾ ਕਿ ਜਦੋਂ ਅਸੈਂਸ਼ਨ, ਜਦੋਂ ਯਿਸੂ ਉੱਪਰ ਉਠਾ ਲਏ ਗਏ ਸੀਗੇ ਨਾ, ਤੇ ਉਸ ਤੋਂ ਬਾਅਦ ਜਦੋਂ ਆ ਕੇ ਉਹ ਚੇਲਿਆਂ ਨੂੰ ਦਿਖਾਈ ਨਹੀਂ ਦਿੰਦੇ ਜਿੱਥੇ ਉਹ ਮੱਛੀਆਂ ਫੜ ਰਹੇ ਫਿਰ ਤੋਂ, ਤੇ ਸੀ ਸ਼ੋਰ ਤੇ ਆ ਕੇ ਉਹਨਾਂ ਦੇ ਸਾਈਡ ਦੇ ਆ ਕੇ ਉਹ ਮਤਲਬ ਮੱਛੀਆਂ ਬਣਾਉਣ ਲੱਗ ਪੈਂਦੇ। He's not angry with them, ਤੇ ਉਹ ਉਹਨਾਂ ਨਾਲ ਨਾਰਾਜ਼ ਨਹੀਂ ਨੇ, although they turned back to fishing where he called them out of. ਤੇ ਹਾਲਾਂਕਿ ਉਹਨੇ ਦੇਖਿਆ ਕਿ ਦੁਬਾਰਾ ਉਸੇ ਕੰਮ ਨੂੰ ਲੱਗ ਗਏ, ਉਹੀ ਮੱਛੀਆਂ ਫੜਨ ਤੇ ਉੱਥੇ ਜਿੱਥੋਂ ਉਹਨਾਂ ਨੂੰ ਮੈਂ ਕੱਢ ਕੇ ਲੈ ਕੇ ਆਇਆ ਸੀ ਉਸ ਕੰਮ ਤੇ ਦੁਬਾਰਾ ਲੱਗੇ ਰਹੋ। His heart is full of tenderness and love for them. ਤੇ ਉਹਦਾ ਜੋ ਹਿਰਦਾ ਸੀਗਾ ਉਹਨਾਂ ਦੇ ਲਈ ਕਿ ਬਹੁਤ ਸੌਫਟਨੈਸ ਦੇ ਨਾਲ ਭਰ ਗਿਆ ਤੇ ਦਇਆ ਦੇ ਨਾਲ ਭਰ ਗਿਆ। He says, my little children, my beloved little children, you have anything to eat? ਤੇ ਉੱਥੇ ਫਿਰ ਉਹ ਆਪਾਂ ਦੇਖਿਆ ਕਿ ਉੱਥੇ ਲਿਖਿਆ ਕਿ ਉਹ ਪੁੱਛਦੇ, ਯਿਸੂ ਪੁੱਛਦੇ ਕਿ ਮੇਰੇ ਪਿਆਰੇ ਬੱਚਿਓ ਤੁਹਾਡੇ ਕੋਲ ਕੀ ਕੁਝ ਖਾਇਆ, ਤੁਹਾਡੇ ਕੋਲ ਕੁਝ ਖਾਣ ਨੂੰ ਹੈ। So he's calling them again to himself, you know. ਤੇ ਉਹ ਦੁਬਾਰਾ ਇਸ ਤਰੀਕੇ ਨਾਲ ਕਿ ਦੁਬਾਰਾ ਆਪਣੀ ਤਰਫ ਉਹਨਾਂ ਨੂੰ ਬੁਲਾ ਰਹੇ Come on to me. ਕਿ ਮੇਰੇ ਕੋਲ ਆ ਜਾਓ। You see, both they are physical, but mostly they are spiritual needs. ਤੇ ਉਦੋਂ ਵੀ ਖੁਦਾ ਨੇ ਕਿਆ ਕੀਤਾ, ਯਿਸੂ ਨੇ ਕਿਆ ਕੀਤਾ ਕਿ ਦੋਨੋਂ ਤਰ੍ਹਾਂ ਦਾ ਫੂਡ ਉਹਨਾਂ ਨੂੰ ਪ੍ਰੋਵਾਈਡ ਕੀਤਾ, ਫਿਜ਼ੀਕਲ ਫੂਡ ਵੀ ਔਰ ਆਤਮਿਕ ਫੂਡ ਵੀ। What is the greatest need of a human being? ਤੇ ਸਭ ਤੋਂ ਵੱਡੀ ਲੋੜ ਕਿਆ ਹੈ, ਜ਼ਰੂਰਤ ਕਿਆ ਹੈ ਇੱਕ ਮਨੁੱਖ ਦੀ? Acceptance, love, a hug. ਤੇ ਇੱਕ ਮਤਲਬ ਕਿਆ ਕਿ ਹਰੇਕ ਨੂੰ ਸਭ ਤੋਂ ਵੱਡੀ ਨੀਡ ਹਿਊਮਨ ਦੀ ਕਿਆ ਕਿ ਇੱਕ ਐਕਸੈਪਟੈਂਸ, ਉਹਨੂੰ ਐਵੇਂ ਲੱਗਣਾ ਕਿ ਹਾਂ ਮੇਰਾ ਕੋਈ ਹੈ ਔਰ ਮੈਂ ਪਿਆਰ ਕੀਤਾ ਗਿਆ ਕਿਸੇ ਦੇ ਥਰੂ, ਔਰ ਇੱਕ ਹੱਗ। And Jesus is there on a daily basis for us to enjoy his presence, his love. ਤੇ ਯਿਸੂ ਕਿ ਆਪਣੇ ਲਈ ਰੋਜ਼ ਹਰ ਸਮੇਂ ਉਹ ਮੌਜੂਦ ਨੇ ਇਸ ਚੀਜ਼ ਨੂੰ ਦੇਣ ਦੇ ਲਈ, ਹੱਗ ਕਰਨ ਦੇ ਲਈ, ਉਹ ਆਪਾਂ ਨੂੰ ਫੀਲ ਮਹਿਸੂਸ ਕਰਾਉਣ ਦੇ ਲਈ ਕਿ ਤੁਸੀਂ ਪਿਆਰ ਕੀਤੇ ਗਏ ਹੋ। And if we seek his presence first, the way we said, ਤੇ ਪਰ ਜਿਵੇਂ ਆਪਾਂ ਕਿਹਾ ਕਿ ਆਪਾਂ ਨੂੰ ਕਿਹਾ ਕਿ ਜ਼ਰੂਰਤ ਹੈ ਉਸ ਚੀਜ਼ ਨੂੰ ਲੱਭਣ ਦੀ, ਉਹਦੀ ਉਪਸਥਿਤੀ, ਉਹਦੀ ਹਜ਼ੂਰੀ ਦੀ ਖੋਜ ਕਰਨ ਦੀ। no need to worry about the physical needs. ਤੇ ਫਿਰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਆਪਣੀ ਜੋ ਫਿਜ਼ੀਕਲ ਨੀਡਸ ਹੈ He will provide all our needs according to his riches and glory. 153 big fishes. ਹਾਲੇਲੂਇਆ। ਤੇ ਉਹ ਆਪਣੇ ਅਨੁਗ੍ਰਹ ਦੀ ਭਰਪੂਰੀ ਦੇ ਨਾਲ ਉੱਥੇ ਲਿਖਿਆ ਹੈ ਕਿ ਉਹ ਬਲੇਸਿੰਗ ਆਫਟਰ ਬਲੇਸਿੰਗ, ਹਰ ਬਰਕਤ ਤੇ ਬਰਕਤ ਤੁਹਾਨੂੰ ਮੁਹੱਈਆ ਕਰਾਉਂਦਾ ਰਹੇਗਾ। Some of you are so tired, and I'm glad that you did your best to hear me. To listen. ਕਈ ਤੁਹਾਡੇ ਵਿੱਚ ਬਹੁਤ ਥੱਕ ਗਏ ਪਰ ਤੁਸੀਂ ਪੂਰੀ ਕੋਸ਼ਿਸ਼ ਕੀਤੀ ਮੈਨੂੰ ਸੁਣਨ ਦੀ।